ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕੈਨੇਡਾ ਨਾਉ, ਜਿੱਥੇ ਗੱਲਬਾਤ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਹੋਏਗੀ। ਇਹਨਾਂ ਖਬਰਾਂ ਉੱਪਰ ਵਿਚਾਰ ਚਰਚਾ ਕਰਾਂਗੇ ਆਪਣੇ ਸਹਿਯੋਗੀ ਮਨਦੀਪ ਸਿੰਘ ਟੁੱਟ ਨਾਲ। ਮਨਦੀਪ ਜੀ, ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ। ਜੀ ਬਹੁਤ ਬਹੁਤ ਧੰਨਵਾਦ ਇੰਦਰਪ੍ਰੀਤ ਜੀ। ਜੀ ਮਨਦੀਪ ਜੀ, ਬ੍ਰਿਟਿਸ਼ ਕੋਲੰਬੀਆ ਵਾਸੀਆਂ ਲਈ ਅੱਜ ਵੱਡੀ ਖਬਰ ਸਾਹਮਣੇ ਆਈ ਹੈ। ਰਾਹਤ ਦਿੱਤੀ ਗਈ ਹੈ ਪੀਸੀਆਰ ਟੈਸਟ ਤੋਂ। ਬਾਰਡਰ ਅਧਿਕਾਰੀਆਂ ਵੱਲੋਂ ਇਸ ਬਾਰੇ ਕੀ ਡਿਟੇਲ ਸਾਂਝੀ ਕੀਤੀ ਗਈ ਹੈ ਤੇ ਇਸ ਪਿੱਛੇ ਕੀ ਕਾਰਨ ਦੱਸਿਆ ਗਿਆ ਜੋ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਹੁਣ ਪੀਸੀਆਰ ਟੈਸਟ ਸੰਬੰਧੀ ਰਾਹਤ ਦਿੱਤੀ ਜਾ ਰਹੀ ਹੈ? ਜੀ ਬਿਲਕੁਲ ਜੀ, ਇਹ ਰਾਹਤ ਜਿਹੜੀ ਹੈ, ਹਾਲਾਂਕਿ ਪਹਿਲਾਂ ਕੈਨੇਡਾ ਸਰਕਾਰ ਨੇ ਜਿਹੜੀ ਇਹ ਦਿੱਤੀ ਹੋਈ ਸੀ ਕਿ 72 ਘੰਟਿਆਂ ਦੇ ਵਿੱਚ ਜੇ ਕੋਈ ਕੈਨੇਡਾ ਛੱਡ ਕੇ ਵਾਪਸ ਕੈਨੇਡਾ ਦੇ ਬਾਰਡਰ ਅੰਦਰ ਦਾਖਲ ਹੁੰਦਾ ਆ ਤਾਂ ਵਾਪਸੀ ਉੱਤੇ ਜਿਹੜਾ ਉਹਦਾ ਆਰਟੀਪੀਸੀਆਰ ਜਿਹੜਾ ਟੈਸਟ ਹੈ ਉਹ ਚੈੱਕ ਨਹੀਂ ਕੀਤਾ ਜਾਵੇਗਾ, ਲਾਜ਼ਮੀ ਨਹੀਂ ਹੋਵੇਗਾ। ਪਰ ਜਦੋਂ ਓਮਿਕਰੋਨ ਦੇ ਮਾਮਲੇ ਵਧੇ ਤਾਂ ਫਿਰ ਜਿਹੜਾ ਸੀ ਇਹ ਰਾਹਤ ਵਾਪਸ ਲੈ ਲਈ ਗਈ ਸੀਗੀ। ਪਰ ਹੁਣ ਕਿਉਂਕਿ BC ਵਾਸਤੇ ਖਾਸ ਐਲਾਨ ਕੀਤਾ ਗਿਆ, ਜਿਹੜੇ ਬਾਰਡਰ ਅਧਿਕਾਰੀ ਆ ਉਹਨਾਂ ਨੇ ਦੱਸਿਆ ਕਿ ਜੇਕਰ 24 ਘੰਟਿਆਂ ਦੇ ਦਰਮਿਆਨ ਜਿਹੜੇ BC ਵਾਸੀ ਜੇਕਰ ਉਹ ਅਮਰੀਕਾ ਦਾਖਲ ਹੁੰਦੇ ਆ, ਔਰ ਇੱਕ ਸ਼ਰਤ ਇਹ ਵੀ ਆ ਕਿ ਜੇਕਰ ਉਹ ਸੜਕੀ ਮਾਰਗ ਰਾਹੀਂ ਰੋਡ ਬਾਏ ਰੋਡ ਜਿਹੜਾ ਉਹ ਕੈਨੇਡਾ ਤੋਂ ਅਮਰੀਕਾ ਜਾਂਦੇ ਆ ਤੇ ਵਾਪਸ ਆਉਂਦੇ ਆ, ਤਾਂ 24 ਘੰਟੇ ਦੇ ਅੰਦਰ ਅੰਦਰ ਉਹ ਜੇਕਰ ਵਾਪਸ ਆਉਂਦੇ ਆ ਤਾਂ ਉਹਨਾਂ ਨੂੰ ਜਿਹੜਾ ਇਹ ਆਰਟੀਪੀਸੀਆਰ ਟੈਸਟ ਕਰਾਉਣ ਦੀ ਲੋੜ ਜਿਹੜੀ ਆ ਉਹ ਨਹੀਂ ਪਵੇਗੀ। ਹਾਂ, ਇਹ ਜ਼ਰੂਰ ਹੈ ਕਿ ਉਹਨਾਂ ਦੇ ਜਿਹੜੇ ਵੈਕਸੀਨ ਆ ਉਹ ਜ਼ਰੂਰ ਲੱਗੀ ਹੋਣੀ ਚਾਹੀਦੀ ਆ, ਫੁੱਲੀ ਵੈਕਸੀਨੇਟ ਹੋਣੇ ਚਾਹੀਦੇ ਆ। ਔਰ ਜੇਕਰ ਕੋਈ 12 ਸਾਲ ਤੋਂ ਘੱਟ ਦੀ ਉਮਰ ਦਾ ਬੱਚਾ ਉਹਨਾਂ ਦੇ ਨਾਲ, ਤਾਂ ਉਹਦੇ ਨਾਲ ਜਿਹੜੇ ਉਹਦੇ ਪੇਰੈਂਟਸ ਆ ਜਾਂ ਉਹਦਾ ਕੋਈ ਗਾਰਡੀਅਨ ਆ ਜਾਂ ਟੀਚਰ ਆ, ਕਿਸੇ ਨਾਲ ਵੀ ਉਹ ਜਾ ਰਹੇ ਆ ਤਾਂ ਉਹ ਫੁੱਲੀ ਵੈਕਸੀਨੇਟਡ ਹੋਣੇ ਚਾਹੀਦੇ ਆ। ਉਹਨਾਂ ਨਾਲ 12 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਜਾ ਸਕਦੇ ਆ, ਵਾਪਸ ਵੀ ਆ ਸਕਦੇ ਆ, ਪਰ ਉਹ 24 ਘੰਟਿਆਂ ਦੇ ਵਿਚਕਾਰ ਉਹਨਾਂ ਨੂੰ ਆਉਣਾ ਪਵੇਗਾ। ਸੋ ਇਸ ਕਰਕੇ ਕੀਤਾ ਗਿਆ ਕਿਉਂਕਿ ਪਿਛਲੇ ਦਿਨ ਹੀ ਸਭ ਨੂੰ ਪਤਾ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੜ੍ਹ ਆਏ ਸੀ, ਜਿਸ ਤੋਂ ਬਾਅਦ ਸਪਲਾਈ ਦਾ ਸੰਕਟ ਜਿਹੜਾ ਸੀ ਉਹ ਪੈਦਾ ਹੋ ਗਿਆ ਸੀਗਾ, ਕਿਉਂਕਿ ਵੈਨਕੂਵਰ ਦਾ ਸੰਪਰਕ ਜਿਹੜਾ ਸੜਕੀ ਮਾਰਗ ਹੈ ਉਹ ਬਾਕੀ ਕੈਨੇਡਾ ਨਾਲ ਟੁੱਟ ਗਿਆ ਸੀ। ਆਸੇ ਪਾਸੇ ਹਾਈਵੇ ਕਾਫੀ ਬੰਦ ਹੋ ਗਏ ਸੀਗੇ। ਫਿਲਹਾਲ ਹਾਈਵੇ ਦੁਬਾਰਾ ਜੋੜ ਦਿੱਤੇ ਗਏ ਨੇ, ਪਰ ਹਾਲੇ ਵੀ ਇਸ ਕਰਕੇ ਤਾਂ ਕਿ ਕਿਸੇ ਨੂੰ ਕੋਈ ਮੁਸ਼ਕਲ ਨਾ ਆਵੇ, ਤਕਲੀਫ ਨਾ ਆਵੇ ਤੇ ਅਮਰੀਕਾ ਤੋਂ ਜਿਹੜੀਆਂ ਉਹ ਆਪਣੀਆਂ ਜਿਹੜੀਆਂ ਜ਼ਰੂਰਤਾਂ ਆ ਪੂਰੀਆਂ ਕਰ ਸਕਣ, ਗਰੋਸਰੀ ਲੈ ਕੇ ਆ ਸਕਣ, ਚਾਹੇ ਦੁੱਧ ਜਾਂ ਹੋਰ ਜਾਂ ਗੈਸ ਪਵਾ ਸਕਣ। ਤਾਂ ਇਸ ਕਰਕੇ ਜਿਹੜੇ ਛੋੜ ਦਿੱਤੀ ਗਈ ਹੈ BC ਵਾਸੀਆਂ ਨੂੰ, ਔਰ 24 ਘੰਟੇ ਇਸ ਕੰਮ ਲਈ ਬਹੁਤ ਆ। ਵੈਸੇ ਵੀ ਕਾਫੀ ਮਸ਼ਹੂਰ ਆ ਪੁਰਾਣੇ ਸਮਿਆਂ ਤੋਂ ਕਿ ਜਿਹੜੇ ਆ BC ਵਾਸੀ ਸ਼ਾਪਿੰਗ ਕਰਨ ਲਈ ਜਿਹੜਾ ਉਹ ਜਾ ਆਉਂਦੇ ਆ। ਸੋ 24 ਘੰਟਿਆਂ ਦੇ ਦਰਮਿਆਨ ਜਿਹੜਾ ਹੁਣ ਉਹ ਵਾਪਸ ਆ ਸਕਦੇ ਆ, ਔਰ ਆਰਟੀਪੀਸੀਆਰ ਟੈਸਟ ਕਰਾਉਣ ਦੀ ਉਹਨਾਂ ਨੂੰ ਲੋੜ ਨਹੀਂ ਪਵੇਗੀ। ਜੇਕਰ 24 ਘੰਟਿਆਂ ਤੋਂ ਉੱਪਰ ਸਮਾਂ ਟੱਪ ਗਿਆ ਫਿਰ ਉਹਨਾਂ ਨੂੰ ਜਿਹੜਾ ਇਹ ਟੈਸਟ ਹੈ ਕਰਾਉਣਾ ਪਵੇਗਾ। ਸੋ ਜਿਹੜੇ ਨਾਲ ਦੇ ਕੁਝ ਸ਼ਹਿਰ BC ਦੇ ਹੈਗੇ ਆ ਉਹਨਾਂ ਲਈ ਕਾਫੀ ਵੱਡੀ ਰਾਹਤ ਹੈ ਇਹ, ਔਰ ਉਹ ਇੱਕ ਦਿਨ ਲਈ ਜਾ ਸਕਦੇ ਆ ਔਰ ਆਪਣਾ ਜਿਹੜਾ ਕੰਮ ਆ ਜਾਂ ਸ਼ਾਪਿੰਗ ਦਾ ਜਾਂ ਗਰੋਸਰੀ ਦਾ ਜਾਂ ਹੋਰ ਕੋਈ ਆ ਉਹ ਕਰਕੇ ਇੱਕ ਦਿਨ ਦੇ ਵਿੱਚ ਵਾਪਸ ਫਿਰ ਆ ਸਕਦੇ ਆ ਤੇ ਟੈਸਟ ਕਰਾਉਣ ਦੀ ਲੋੜ ਉਹਨਾਂ ਨੂੰ ਫਿਰ ਨਹੀਂ ਪਵੇਗੀ। ਜੀ ਮਨਦੀਪ ਜੀ, ਇਸ ਤੋਂ ਬਾਅਦ ਗੱਲ ਕਰਦੇ ਹਾਂ, ਕ੍ਰਿਸਮਸ ਦਾ ਤਿਉਹਾਰ ਆ ਰਿਹਾ ਹੈ। ਕੈਨੇਡਾ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਸਖਤੀਆਂ ਕੀਤੀਆਂ ਗਈਆਂ, ਪਰ ਕੈਨੇਡਾ ਤੇ ਅਮਰੀਕਾ ਵਿੱਚ ਕੀ ਫਰਕ ਹੈ? ਦੋਨਾਂ ਥਾਵਾਂ ਦੇ ਉੱਪਰ ਕ੍ਰਿਸਮਸ ਦਾ ਜਿਹੜਾ ਤਿਉਹਾਰ ਹੈ ਉਹ ਕਿਸ ਤਰ੍ਹਾਂ ਮਨਾਇਆ ਜਾਏਗਾ? ਜੀ ਬਿਲਕੁਲ ਜੀ, ਕਿਉਂਕਿ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਪਿਛਲੇ ਪ੍ਰੋਗਰਾਮ ਵਿੱਚ ਵੀ ਕਿ ਕ੍ਰਿਸਮਸ ਇੱਕ ਬਹੁਤ ਵੱਡਾ ਤਿਉਹਾਰ ਹੈ ਇਹਨਾਂ ਮੁਲਕਾਂ ਦੇ ਲਈ, ਔਰ ਮੇਰੇ ਖਿਆਲ ਨਾਲ ਸਾਲ ਦਾ ਸਭ ਤੋਂ ਵੱਡਾ ਤਿਉਹਾਰ ਜੇਕਰ ਅਸੀਂ ਕਹਿ ਲਈਏ ਤਾਂ ਮਨਾਇਆ ਜਾਂਦਾ ਇਸ ਤਰੀਕੇ ਨਾਲ। ਔਰ ਇਸ ਨੂੰ ਲੈ ਕੇ ਕਿਉਂਕਿ ਹੁਣ ਇਸੇ ਦੌਰਾਨ ਹੀ ਫਿਰ ਇੱਕ ਵਾਰੀ ਓਮਿਕਰੋਨ ਜਿਹੜਾ ਆ ਧਮਕਿਆ, ਪਿਛਲੇ ਸਾਲ ਵੀ ਕਿਉਂਕਿ ਉਸ ਵਕਤ ਵੈਕਸੀਨ ਹਾਲੇ ਆਈ ਹੀ ਸਹੀ, ਪਰ ਉਦੋਂ ਬਹੁਤੀ ਰਾਹਤ ਲੋਕਾਂ ਨੂੰ ਨਹੀਂ ਮਿਲੀ ਸੀ, ਉਦੋਂ ਵੀ ਬਹੁਤਾ ਖੁੱਲ੍ਹ ਕੇ ਕ੍ਰਿਸਮਸ ਦਾ ਆਨੰਦ ਨਹੀਂ ਲੈ ਸਕੇ। ਤਾਂ ਇਸ ਵਾਰ ਜਿਹੜਾ ਵਾ ਚਾਹੇ ਵੈਕਸੀਨ ਬਹੁਤ ਵੱਡੀ ਪੱਧਰ ਤੇ ਲੱਗ ਗਈ ਆ, ਪਹਿਲਾਂ ਕੁਝ ਰਾਹਤ ਵੀ ਮਿਲ ਚੁੱਕੀ ਸੀ ਲੋਕਾਂ ਨੂੰ, ਪਰ ਫਿਰ ਓਮਿਕਰੋਨ ਦੇ ਆਉਣ ਕਰਕੇ ਜਿਹੜੀ ਉਹ ਰਾਹਤ ਵਾਪਸ ਲੈ ਲਈ ਗਈ ਆ। ਸੋ ਇਹਦੇ ਸੰਬੰਧੀ ਜਿਹੜਾ ਸੀਗਾ ਜਿਹੜਾ ਜੋ ਬਾਈਡਨ ਉਹਨਾਂ ਨੇ ਐਲਾਨ ਕੀਤਾ ਸੀ, ਉਹ ਕਹਿੰਦੇ ਵੀ ਜਿਹਨਾਂ ਲੋਕਾਂ ਨੇ ਅਮਰੀਕਾ ਦੇ ਵਿੱਚ ਵੈਕਸੀਨ ਲਗਵਾਈ ਹੋਈ ਆ, ਫੁੱਲੀ ਵੈਕਸੀਨੇਟਡ ਨੇ, ਤੇ ਇਦੋਂ ਵੀ ਅੱਗੇ ਜਾ ਕੇ ਕਹਿੰਦੇ ਜੇਕਰ ਕਿਸੇ ਨੇ ਬੂਸਟਰ ਸ਼ਾਟ ਵੀ ਲਵਾਇਆ ਤਾਂ ਉਹ ਕਹਿੰਦੇ ਸੇਫਲੀ ਸੈਲੀਬ੍ਰੇਟ ਕਰ ਸਕਦੇ ਆ, ਇਕੱਠ ਕਰ ਸਕਦੇ ਆ, ਪਰ ਸ਼ਰਤ ਇਹ ਆ ਕਿ ਵੈਕਸੀਨ ਉਹਨਾਂ ਦੇ ਲੱਗੀ ਹੋਣੀ ਚਾਹੀਦੀ ਆ। ਜਦਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਸੂਬਿਆਂ ਨੇ ਇਸ ਤਰੀਕੇ ਦੀਆਂ ਪਾਬੰਦੀਆਂ ਲਾਈਆਂ ਕਿ ਚਾਹੇ ਤੁਹਾਡੇ ਵੈਕਸੀਨ ਵੀ ਲੱਗੀ ਆ ਤਾਂ ਵੀ ਤੁਹਾਡੇ ਘਰ ਦੇ ਅੰਦਰ 10 ਤੋਂ ਵੱਧ ਦਾ ਇਕੱਠ ਨਹੀਂ ਹੋ ਸਕਦਾ। ਜਿਹੜੀਆਂ ਗੈਦਰਿੰਗਸ ਆ ਉਹ ਕੈਂਸਲ ਕਰ ਦਿੱਤੀਆਂ ਗਈਆਂ, ਹੋਰ ਬਹੁਤ ਸਾਰੀਆਂ ਜਿਹੜੀਆਂ ਬੰਦਸ਼ਾਂ ਲਾ ਦਿੱਤੀਆਂ ਗਈਆਂ ਨੇ। ਸੋ ਇਸ ਤਰੀਕੇ ਨਾਲ ਜਦੋਂ ਅੱਜ ਕ੍ਰਿਸਟੀਆ ਫਰੀਲੈਂਡ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਵੀ ਅਮਰੀਕਾ ਦਾ ਹਿਸਾਬ ਕਿਤਾਬ ਥੋੜ੍ਹਾ ਵੱਖਰਾ ਆ, ਸਾਡਾ ਅਲੱਗ ਆ। ਸੋ ਕਹਿੰਦੇ ਵੀ ਅਸੀਂ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਆ। ਸੋ ਇਸ ਤਰੀਕੇ ਨਾਲ ਦੋਨਾਂ ਮੁਲਕਾਂ 'ਚ ਇਸ ਵਕਤ ਇਹ ਅੰਤਰ ਆਇਆ
ਕਿ ਜੋ ਬਾਈਡਨ ਨੇ ਕਹਿ ਰਿਹਾ ਕਿ ਜੇਕਰ ਤੁਹਾਡੇ ਵੈਕਸੀਨ ਲੱਗੀ ਆ ਤਾਂ ਤੁਸੀਂ ਇਕੱਠ ਕਰ ਸਕਦੇ ਹੋ, ਸੈਲੀਬ੍ਰੇਟ ਕਰ ਸਕਦੇ ਹੋ। ਪਰ ਕੈਨੇਡਾ ਨੇ ਜਿਹੜਾ ਵਾ ਉਹ ਕਾਫੀ ਇਸ ਵਕਤ ਜਿਹੜੀਆਂ ਸਖਤੀਆਂ ਉਹ ਕੀਤੀਆਂ ਹੋਈਆਂ ਨੇ। ਜੀ ਬਿਲਕੁਲ ਮਨਦੀਪ ਜੀ, ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਜਿਹੜੇ ਕੁਝ ਸਟਾਫ ਮੈਂਬਰ ਕਰੋਨਾ ਪੋਜ਼ਿਟਿਵ ਪਾਏ ਗਏ, ਜਿਸ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਆਪਣੇ ਆਪ ਨੂੰ ਸੈਲਫ ਮੋਨੀਟਰ ਕਰ ਰਹੇ ਨੇ। ਇਸ ਬਾਰੇ ਪੂਰੀ ਕੀ ਡਿਟੇਲ ਸਾਹਮਣੇ ਆ ਰਹੀ ਹੈ? ਜੀ ਬਿਲਕੁਲ ਜੀ, ਇਸ ਸੰਬੰਧੀ ਖੁਦ ਜਸਟਿਨ ਟਰੂਡੋ ਹੋਣਾ ਨੇ ਜਿਹੜੀ ਉਹ ਜਾਣਕਾਰੀ ਸਾਂਝੀ ਕੀਤੀ ਆ ਕਿ ਜਿਹੜੇ ਉਹਨਾਂ ਦੇ ਨੇੜੇ ਰਹਿਣ ਵਾਲੇ 6 ਲੋਕ ਆ, ਉਹਨਾਂ ਦੇ ਸਟਾਫ ਦੇ ਵਿੱਚੋਂ 3 ਮੈਂਬਰ ਆ ਤੇ 3 ਮੈਂਬਰ ਜਿਹੜੇ ਉਹਨਾਂ ਦੀ ਸਿਕਿਉਰਿਟੀ ਵਿੱਚੋਂ ਆ, ਵੀ ਇਹ 6 ਜਾਣੇ ਜਿਹੜੇ ਆ ਕਰੋਨਾ ਪੋਜ਼ਿਟਿਵ ਪਾਏ ਗਏ ਆ। ਉਸ ਤੋਂ ਬਾਅਦ ਜਿਹੜਾ ਬਾਕੀ ਸਟਾਫ ਵੀ ਚੌਕਸ ਹੋ ਗਿਆ ਤੇ ਜਸਟਿਨ ਟਰੂਡੋ ਵੀ ਚੌਕਸ ਹੋ ਗਏ ਨੇ। ਲਗਾਤਾਰ ਜਿਹੜੇ ਉਹ ਰੈਪਿਡ ਟੈਸਟ ਕਰ ਰਹੇ ਨੇ ਜਸਟਿਨ ਟਰੂਡੋ। ਫਿਲਹਾਲ ਉਹ ਕਹਿੰਦੇ ਆ ਕਿ ਇਹ ਨੈਗੇਟਿਵ ਆਇਆ ਵਾ, ਪਰ ਫਿਰ ਵੀ ਉਹ ਸੈਲਫ ਮੋਨੀਟਰਿੰਗ ਕਰ ਰਹੇ ਨੇ ਔਰ ਕਹਿੰਦੇ ਕੋਸ਼ਿਸ਼ ਕਰ ਰਹੇ ਆ ਕਿ ਜਿੰਨੇ ਘੱਟ ਲੋਕਾਂ ਨੂੰ ਮਿਲਿਆ ਜਾ ਸਕੇ, ਜਿੰਨੇ ਆਪਣੇ ਕੰਟੈਕਟਸ ਆ ਉਹ ਘਟਾਉਣ ਦੀ ਕੋਸ਼ਿਸ਼ ਕਰ ਰਹੇ ਆ। ਸੋ ਅਸੀਂ ਕਹਿ ਸਕਦੇ ਹਾਂ ਕਿ ਲਗਭਗ ਆਪਣੇ ਆਪ ਨੂੰ ਇਕਾਂਤਵਾਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਹਾਲਾਂਕਿ ਇਸ ਵਕਤ ਉਹ ਆਪਣੇ ਦਫ਼ਤਰ ਦਾ ਕੰਮਕਾਜ ਜਿਹੜਾ ਉਹ ਕਰ ਰਹੇ ਨੇ, ਪਰ ਇੰਨਾ ਜ਼ਰੂਰ ਹੈ ਕਿ ਸੈਲਫ ਮੋਨੀਟਰਿੰਗ ਕਰ ਰਹੇ ਨੇ। ਉਹ ਕਹਿੰਦੇ ਹਾਲੇ ਮੈਂ ਟੈਸਟ ਕਰਨੇ ਜਾਰੀ ਰੱਖਾਂਗਾ ਔਰ ਜੋ ਵੀ ਆਵੇਗੀ ਅਗਲੀ ਜਾਣਕਾਰੀ, ਚਾਹੇ ਕੁਝ ਪੋਜ਼ਿਟਿਵ ਆਉਂਦਾ ਨੈਗੇਟਿਵ ਆਉਂਦਾ, ਕਹਿੰਦੇ ਮੈਂ ਜ਼ਰੂਰ ਲੋਕਾਂ ਨਾਲ ਸਾਂਝਾ ਕਰਾਂਗਾ। ਪਰ ਇੰਨਾ ਜ਼ਰੂਰ ਆ ਕਿ ਪ੍ਰਧਾਨ ਮੰਤਰੀ ਸਾਹਿਬ ਦੇ ਦਫ਼ਤਰ ਤੱਕ ਵੀ ਜਿਹੜਾ ਕਰੋਨਾ ਪਹੁੰਚ ਚੁੱਕਾ ਹੈ ਤੇ ਉਹਨਾਂ ਦੇ ਨੇੜਲੇ ਲੋਕਾਂ ਵਿੱਚੋਂ ਜਿਹੜੇ 3 ਉਹਨਾਂ ਦੇ ਸਟਾਫ ਮੈਂਬਰ ਆ ਤੇ 3 ਜਿਹੜੇ ਉਹਨਾਂ ਦੇ ਸਿਕਿਉਰਿਟੀ ਮੈਂਬਰ ਆ, ਉਹਨਾਂ ਨੂੰ ਕੋਵਿਡ ਇਸ ਵਕਤ ਹੋ ਚੁੱਕਾ ਆ, ਜੋ ਕਿ ਇਸ ਵਕਤ ਇਕਾਂਤਵਾਸ ਨੇ। ਸੋ ਬਾਕੀ ਸਟਾਫ ਵੀ ਚੌਕਸ ਆ ਤੇ ਉਹਨਾਂ ਨੇ ਬਾਕੀ ਲੋਕਾਂ ਨੂੰ ਵੀ ਜਿਹੜਾ ਵਾ ਕੈਨੇਡਾ ਦੇ ਚੌਕਸ ਰਹਿਣ ਦੀ ਅਤੇ ਅਹਤਿਆਤ ਵਰਤਣ ਦੀ ਅਪੀਲ ਉਹ ਕੀਤੀ ਹੈ। ਜੀ ਮਨਦੀਪ ਜੀ, ਹੁਣ ਓਮਿਕਰੌਨ ਵੇਰੀਐਂਟ ਸਾਹਮਣੇ ਆਉਣ ਤੋਂ ਬਾਅਦ ਵੱਖ-ਵੱਖ ਸੂਬਿਆਂ ਵਿੱਚ ਸਖਤੀ ਕੀਤੀ ਜਾ ਰਹੀ ਹੈ। ਹੁਣ ਕੈਪੈਸਿਟੀ ਲਿਮਿਟ ਵੀ ਲਗਾ ਦਿੱਤੀ ਗਈ ਹੈ। ਇਸ ਦੌਰਾਨ ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਵੱਲੋਂ ਅੱਜ ਬੈਨੀਫਿਟ ਦੇਣ ਸੰਬੰਧੀ ਵੱਡਾ ਐਲਾਨ ਕੀਤਾ ਗਿਆ। ਕਿਸ ਬੈਨੀਫਿਟ ਦੇ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ ਤੇ ਇਸ ਨਾਲ ਕੀ ਫਾਇਦਾ ਹੋਣ ਵਾਲਾ ਹੈ? ਬਿਲਕੁਲ ਜੀ, ਕਿਉਂਕਿ ਇੱਕ ਵਾਰੀ ਫੇਰ ਜਿਹੜਾ ਉਹ ਪਾਬੰਦੀਆਂ ਵੱਖ-ਵੱਖ ਸੂਬਿਆਂ ਵੱਲੋਂ ਲਾਈਆਂ ਜਾ ਰਹੀਆਂ ਨੇ, ਕਿਉਂਕਿ ਜਿਵੇਂ ਅਸੀਂ ਕੱਲ BC ਦੱਸਿਆ ਸੀ, ਅੱਜ ਰਾਤ ਤੋਂ ਇੱਥੇ ਜਿਹੜੇ ਉਹ ਜਿਮ ਬੰਦ ਹੋ ਚੁੱਕੇ ਨੇ, ਬਾਰ ਬੰਦ ਹੋ ਚੁੱਕੇ ਨੇ, ਨਾਈਟ ਕਲੱਬ ਬੰਦ ਹੋ ਚੁੱਕੇ ਨੇ ਔਰ ਜਿਹੜੀ ਕਈ ਥਾਵਾਂ ਤੇ ਕਪੈਸਿਟੀ ਆ ਉਹ 50% ਕਰ ਦਿੱਤੀ ਗਈ ਆ, ਜਿਵੇਂ ਸਿਨੇਮਾ ਆ ਜਾਂ ਹੋਰ ਥਾਵਾਂ ਤੇ। ਸੋ ਉਹਨਾਂ ਨਾਲ ਇਹ ਸੁਭਾਵਿਕ ਆ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਦੀਆਂ ਨੌਕਰੀਆਂ ਜਿਹੜੀਆਂ ਉਹ ਫਿਲਹਾਲ ਲਈ ਜਾਣਗੀਆਂ, ਘਰੇ ਬੈਠ ਜਾਣਗੇ ਜਿੰਨਾ ਚਿਰ ਇਹ ਬੰਦ ਰਹਿੰਦੇ ਆ। ਸੋ ਜਿਹੜੇ ਇਹ ਅੰਡਰ ਲਾਕਡਾਊਨ ਜਿਹੜਾ ਇੱਕ ਪ੍ਰੋਗਰਾਮ ਜਿਹੜਾ ਉਹ ਚਲਾਇਆ ਗਿਆ ਸਰਕਾਰ ਵੱਲੋਂ, ਜਿਹੜਾ C2 ਬਿੱਲ ਉਹ ਪਾਸ ਕੀਤਾ ਗਿਆ, ਇਹਦੇ ਵਿੱਚ ਇਹ ਆ ਕਿ ਜਿਨ੍ਹਾਂ ਲੋਕਾਂ ਦੀ ਨੌਕਰੀ ਇਸ ਵਕਤ ਗਈ ਆ ਉਹ ਘਰ ਬੈਠੇ ਨੇ ਕੰਮ ਤੋਂ ਵਿਹਲੇ ਹੋ ਕੇ, ਇਸ ਕਾਰਨ ਜਿਹੜੀਆਂ ਵੱਖ-ਵੱਖ ਸੂਬਿਆਂ ਵੱਲੋਂ ਪਾਬੰਦੀਆਂ ਲਾਈਆਂ ਨੇ। ਜਿੱਥੇ ਜਿੱਥੇ ਪਾਬੰਦੀਆਂ ਲਾਈਆਂ ਨੇ ਸੂਬਿਆਂ ਵੱਲੋਂ, ਉੱਥੇ ਹੀ ਜਿਹੜਾ ਇਹ ਲੋਕ ਅਪਲਾਈ ਕਰ ਸਕਦੇ ਆ। ਸੋ ਉਹਦੇ ਅੰਦਰ ਹੁਣ ਹਫ਼ਤਾ ਭਰ ਜਿਹੜਾ ਵਾ ਉਹ $300 ਤੱਕ, ਜਿਹੜਾ $270 ਤੋਂ $300 ਤੱਕ ਜਿਹੜਾ ਉਹਨਾਂ ਨੂੰ ਇੱਕ ਹਫ਼ਤੇ ਦਾ ਮਿਲੇਗਾ। ਸੋ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਕੋਈ 4 ਹਫ਼ਤੇ ਘਰੇ ਰਹਿੰਦਾ ਹੈ ਤਾਂ ਮਹੀਨੇ ਦਾ ਇਸ ਵਕਤ ਉਹ $1200 ਉਹਨਾਂ ਨੂੰ ਮਿਲ ਸਕਦਾ ਆ। ਹਫ਼ਤੇ ਦਾ $300 ਜਿਹੜਾ ਬੰਨਿਆ ਗਿਆ। ਹਾਲਾਂਕਿ ਬਹੁਤ ਸਾਰੇ ਲੋਕਾਂ ਵੱਲੋਂ ਵੀ ਮੰਗ ਕੀਤੀ ਜਾਂਦੀ ਸੀ ਕਿ ਜਿਵੇਂ ਪਿਛਲੀ ਵਾਰ ਸਰਕਾਰ ਵੱਲੋਂ ਜਿਹੜੀ ਸਰਬ ਵਰਗੀ ਸਕੀਮ ਚਲਾਈ ਗਈ ਸੀ, ਜਿਹਦੇ ਤਹਿਤ $2000 ਮਹੀਨੇ ਦਾ ਮਿਲਦਾ ਸੀ, ਉਸ ਤਰੀਕੇ ਦਾ ਕੁਝ ਕੀਤਾ ਜਾਣਾ ਚਾਹੀਦਾ ਆ। ਪਰ ਕਿਉਂਕਿ ਉਹਦੀ ਆਲੋਚਨਾ ਵੀ ਹੋ ਰਹੀ ਸੀ, ਕਿਉਂਕਿ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਸੀਗੇ ਕਿ ਸਾਨੂੰ ਕੰਮ ਹੀ ਨਹੀਂ ਮਿਲ ਰਿਹਾ ਔਰ ਵਿਰੋਧੀ ਧਿਰਾਂ ਵੀ ਇਹਨੂੰ ਬੰਦ ਕਰਨ ਦੀ ਅਪੀਲ ਕਰ ਰਹੀਆਂ ਸੀ, ਖਾਸ ਕਰਕੇ ਜਿਸ 'ਚ ਕੰਜ਼ਰਵੇਟਿਵ ਦਾ ਨਾਮ ਆ ਰਿਹਾ ਸੀਗਾ। ਸੋ ਉਹਦੇ ਵਿੱਚ ਇਹ ਸੀਗਾ ਕਿ ਲੋਕ ਕਹਿੰਦੇ ਸੀਗੇ, ਜਿਹੜੇ ਖਾਸ ਕਰਕੇ ਛੋਟੇ ਬਿਜ਼ਨਸ ਵਾਲੇ ਸੀਗੇ, ਬਈ ਸਾਨੂੰ ਕੰਮ ਹੀ ਨਹੀਂ ਮਿਲ ਰਿਹਾ, ਕਿਉਂਕਿ ਲੋਕ ਜਿਹੜੇ ਉਹ ਘਰ ਬੈਠੇ 2-2000 ਲਈ ਜਾਂਦੇ ਆ ਤੇ ਉਹ ਕੰਮ ਤੇ ਆਉਣਾ ਠੀਕ ਨਹੀਂ ਸਮਝਦੇ। ਸੋ ਇਸ ਤਰੀਕੇ ਦੀ ਚਰਚਾ ਵੀ ਚੱਲੀ ਸੀ, ਪਰ ਇਸ ਵਾਰ ਥੋੜਾ ਵੱਖਰਾ ਪ੍ਰੋਗਰਾਮ ਜਿਹੜਾ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ। ਸੋ ਹੁਣ $300 ਜਿਹੜੇ ਹਫ਼ਤੇ ਦੇ ਦਿੱਤੇ ਜਾਣਗੇ। ਸੋ ਦੇਖਦੇ ਆ, ਹਾਲਾਂਕਿ ਲੋਕ ਮੰਗ ਕਰ ਰਹੇ ਕਿ ਕੁਝ ਨਾ ਕੁਝ ਹੋਰ ਕੀਤਾ ਜਾਵੇ, ਪਰ ਫਿਲਹਾਲ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ। ਜੀ ਮਨਦੀਪ ਜੀ, ਇਸ ਤੋਂ ਬਾਅਦ ਗੱਲ ਕਰਦੇ ਹਾਂ ਹੁਣ ਜਿਸ ਤਰ੍ਹਾਂ ਇੱਕ ਪਾਸੇ ਚਿੰਤਾ ਤਾਂ ਵਧਦੀ ਹੋਈ ਦਿਖਾਈ ਦੇ ਰਹੀ ਹੈ ਓਮਿਕਰੌਨ ਵੇਰੀਐਂਟ ਨੂੰ ਲੈ ਕੇ, ਕਿਉਂਕਿ ਕਾਫੀ ਤੇਜ਼ੀ ਨਾਲ ਫੈਲਦਾ ਹੈ, ਪਰ ਹੁਣ ਇੱਕ ਹੋਰ ਚੰਗੀ ਖਬਰ ਵੀ ਸਾਹਮਣੇ ਆ ਰਹੀ ਹੈ ਕਿ ਜੋ ਅਮਰੀਕਾ ਦੇ ਵਿੱਚ ਕੋਰੋਨਾ ਵਾਇਰਸ ਨਾਲ ਸੰਬੰਧਿਤ ਜਿਹੜੀ ਗੋਲੀ ਹੈ ਉਸ ਨੂੰ ਮਨਜ਼ੂਰੀ ਦਿੱਤੀ ਗਈ ਹੈ। ਕਈ ਮਾਹਰਾਂ ਵੱਲੋਂ ਇਸ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਓਮਿਕਰੌਨ ਵੇਰੀਐਂਟ ਦੇ ਖਿਲਾਫ ਜਿਹੜੀ ਹੈ ਅਸਰਦਾਰ ਸਾਬਿਤ ਹੋਏਗੀ। ਇਸ ਬਾਰੇ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ? ਬਿਲਕੁਲ ਜੀ, ਲਗਾਤਾਰ ਜਿਹੜਾ ਉਹ ਵੈਕਸੀਨ ਦਾ ਰੂਪ ਜਿਵੇਂ ਪਹਿਲਾਂ ਵੀ ਦੱਸਿਆ ਜਾ ਰਿਹਾ ਸੀਗਾ ਕਿ ਬਦਲ ਸਕਦਾ ਆ। ਸੋ ਇਹਦੀ ਚਰਚਾ ਪਿਛਲੇ ਕਾਫੀ ਦਿਨ ਤੋਂ ਚੱਲ ਰਹੀ ਆ ਕਿ ਜਿਹੜੀ ਆ ਹੁਣ ਕੋਵਿਡ ਦੀ ਦਵਾਈ ਦੀ ਜਿਹੜੀ ਆ ਉਹ ਗੋਲੀ ਆ ਰਹੀ ਆ।
ਸੋ ਇਹਦੇ ਸੰਬੰਧੀ ਫਾਈਜ਼ਰ ਨੇ ਐਲਾਨ ਕੀਤਾ ਸੀ ਕਿ ਉਹਨਾਂ ਨੇ ਤਿਆਰ ਕਰ ਲਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਇੱਕ ਕੰਪਨੀ ਮਰਕ ਆ, ਉਹਨੇ ਵੀ ਇਹਦੇ ਸੰਬੰਧੀ ਦਾਅਵਾ ਕੀਤਾ ਸੀਗਾ ਕਿ ਉਹਨੇ ਤਿਆਰ ਕਰ ਲਈ ਹੈ, ਪਰ ਉਹਦੇ ਤੇ ਬਹੁਤ ਸਾਰੇ ਸਵਾਲ ਵੀ ਉੱਠ ਪਏ ਸੀਗੇ। ਖਾਸ ਕਰਕੇ ਉਦੋਂ ਸਵਾਲ ਉੱਠੇ ਜਦੋਂ ਫਰਾਂਸ ਨੇ ਪਹਿਲਾਂ ਡੀਲ ਕਰ ਲਈ ਸੀ ਉਸ ਕੰਪਨੀ ਨਾਲ, ਔਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਜਿਹੜਾ ਸੀ ਉਹ ਜਿਹੜੀ ਡੀਲ ਸੀ ਉਹ ਕੈਂਸਲ ਕਰ ਦਿੱਤੀ, ਕਿਉਂਕਿ ਜਿਹੜਾ ਉਹਨਾਂ ਨੂੰ ਲੱਗਿਆ ਕਿ ਟਰਾਇਲ ਦੇ ਵਿੱਚ ਜਿਹੜੇ ਨਤੀਜੇ ਆਏ ਆ ਬਹੁਤੇ ਚੰਗੇ ਨਹੀਂ ਆਏ, ਜਿਸ ਤੋਂ ਬਾਅਦ ਮਰਕ ਕੰਪਨੀ ਨੂੰ ਕਾਫੀ ਝਟਕਾ ਵੀ ਲੱਗਾ ਸੀਗਾ। ਪਰ ਹੁਣ ਫਾਈਜ਼ਰ ਦੀ ਜਿਹੜੀ ਪਹਿਲੇ ਗੋਲੀ ਆ ਉਹਨੂੰ ਮਨਜ਼ੂਰੀ ਜਿਹੜੀ ਆ FDA ਨੇ ਦੇ ਦਿੱਤੀ ਆ ਅਮਰੀਕਾ ਦੇ ਵਿੱਚ, ਔਰ ਐਮਰਜੈਂਸੀ ਯੂਜ਼ ਲਈ ਵਰਤੀ ਜਾ ਸਕਦੀ ਆ। ਔਰ ਦਾਅਵਾ ਇਹ ਕੀਤਾ ਜਾ ਰਿਹਾ ਕਿ ਇਹਦੇ ਸਾਈਡ ਇਫੈਕਟ ਜਿਹੜੇ ਆ ਬੇਹੱਦ ਘੱਟ ਆ, ਜਿਵੇਂ ਕਿਸੇ ਆਮ ਗੋਲੀ ਦੇ ਹੁੰਦੇ ਆ, ਪਰ ਇਫੈਕਟਿਵ ਜਿਹੜੀ ਇਹ ਕਾਫੀ ਆ, ਔਰ 90% ਤੱਕ ਇਫੈਕਟਿਵ ਦੱਸੀ ਜਾ ਸਕਦੀ ਹੈ ਕਿ ਇਹ ਹਸਪਤਾਲ 'ਚ ਜਿਹੜੇ ਲੋਕ ਜਾ ਸਕਦੇ ਨੇ ਉਹਨੂੰ ਰੋਕਣ ਲਈ ਜਾਂ ਮੌਤਾਂ ਨੂੰ ਦਾ ਅੰਕੜਾ ਰੋਕਣ ਲਈ ਇਹ ਜਿਹੜੀ ਕਾਫੀ ਪ੍ਰਭਾਵਸ਼ਾਲੀ ਜਿਹੜੀ ਉਹ ਸਾਬਤ ਹੋ ਸਕਦੀ ਆ। ਹਾਲਾਂਕਿ ਅਸੀਂ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਇਹ ਗੋਲੀ ਲੈਣੀ ਕਿਵੇਂ ਆ, ਹਾਲੇ ਤੱਕ ਇਹਦਾ ਕੋਈ ਪਤਾ ਸਾਨੂੰ ਨਹੀਂ ਲੱਗਾ, ਸ਼ਾਇਦ ਮਾਹਰ ਦੱਸਣਗੇ ਵੀ ਇਹ ਗੋਲੀ ਜਿਵੇਂ ਟੀਕਾ ਲੱਗ ਰਿਹਾ ਇਸ ਵਕਤ, ਵੈਕਸੀਨ ਲੱਗ ਰਹੀ ਆ ਕਿ 6-6 ਮਹੀਨਿਆਂ ਦੇ ਗੈਪ ਤੋਂ ਬਾਅਦ ਜਿਵੇਂ ਬੂਸਟਰ ਲੱਗ ਰਿਹਾ, ਜਾਂ 2 ਮਹੀਨਿਆਂ ਦਾ ਗੈਪ ਪਹਿਲੀ ਦੂਜੀ ਡੋਜ਼ ਵਿੱਚ ਰੱਖਿਆ ਗਿਆ ਸੀ। ਕਈ ਥਾਵਾਂ ਤੇ ਵੱਖੋ ਵੱਖਰਾ ਗੈਪ ਸੀਗਾ, ਉੱਦਾਂ ਦਾ ਕੋਈ ਗੈਪ ਆ ਜਾਂ ਫਿਰ ਇਹ ਰੈਗੂਲਰ ਗੋਲੀ ਲਈ ਜਾਵੇਗੀ, ਇਹਦੇ ਸੰਬੰਧੀ ਹੱਲੇ ਕੋਈ ਬਹੁਤੀ ਜਾਣਕਾਰੀ ਨਹੀਂ ਮਿਲੀ ਆ। ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਕਿ ਫਿਲਹਾਲ ਜਿਹੜੀ ਆ ਇਸ ਜਿਹੜੀ ਗੋਲੀ ਦੀ ਬਹੁਤ ਲਿਮਟਿੰਗ ਜਿਹੜੀ ਆ ਉਹ ਲਿਮਟਡ ਜਿਹੜੀ ਆ ਉਹ ਮਿਲੇਗੀ, ਹੱਲੇ ਕਾਫੀ ਘੱਟ ਗਿਣਤੀ 'ਚ ਇਹ ਬਣੀਆਂ ਨੇ, ਪਰ ਇੰਨਾ ਜ਼ਰੂਰ ਹੈ ਕਿ FDA ਵੱਲੋਂ ਜਿਹੜੀ ਅਪਰੂਵ ਕਰ ਲਈ ਗਈ ਆ, ਔਰ ਇਹਦੇ ਉੱਤੇ ਹੈਲਥ ਕੈਨੇਡਾ ਵੱਲੋਂ ਜਿਹੜਾ ਵਾ ਉਹ ਨਜ਼ਰ ਰੱਖੀ ਜਾ ਰਹੀ ਹੈ। ਹੈਲਥ ਕੈਨੇਡਾ ਕਦੋਂ ਅਪਰੂਵ ਕਰਦੀ ਹੈ, ਕਿਉਂਕਿ ਹੈਲਥ ਕੈਨੇਡਾ ਕੋਲ ਪਹੁੰਚ ਚੁੱਕੀ ਆ, ਇਹਨੂੰ ਮੋਨੀਟਰ ਕੀਤਾ ਜਾ ਰਿਹਾ। ਅਪਰੂਵ ਇਹ ਕਦੋਂ ਹੁੰਦੀ ਆ ਤੇ ਕਦੋਂ ਲੋਕਾਂ 'ਚ ਪਹੁੰਚਦੀ ਹੈ ਦੇਖਣ ਵਾਲੀ ਗੱਲ ਆ, ਪਰ ਫਾਈਜ਼ਰ ਨੇ ਇਸ ਪਾਸੇ ਮਾਰਕਾ ਮਾਰ ਲਿਆ। ਹਾਲਾਂਕਿ ਇਸ ਤੋਂ ਪਹਿਲਾਂ ਮਰਕ ਵੱਲੋਂ ਖਬਰਾਂ ਆਈਆਂ ਸੀ, ਪਰ ਜਿਵੇਂ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਫਰਾਂਸ ਨੇ ਜੋ ਡੀਲ ਕੈਂਸਲ ਕੀਤੀ ਔਰ ਕੁਝ ਜਿਹੜੇ ਟਰਾਇਲ ਦੇ ਨਤੀਜੇ ਆਏ ਉਸ ਤੋਂ ਬਾਅਦ ਝਟਕਾ ਜ਼ਰੂਰ ਲੱਗਾ ਸੀ, ਪਰ ਖਬਰਾਂ ਇਹ ਵੀ ਨੇ ਕਿ ਬਹੁਤ ਜਲਦ ਜਿਹੜੀ ਆ ਅਮਰੀਕਾ ਦੇ ਵਿੱਚ ਜਿਹੜੀ ਮਰਕ ਦੀ ਗੋਲੀ ਆ ਕੋਵਿਡ ਦੀ, ਉਹਨੂੰ ਵੀ ਮਨਜ਼ੂਰੀ ਜਿਹੜੀ ਆ ਕੁਝ ਹੀ ਦਿਨਾਂ ਦੇ ਵਿੱਚ ਮਿਲ ਸਕਦੀ ਆ, ਔਰ ਸ਼ਾਇਦ ਉਹਦੇ ਵਿੱਚ ਕੁਝ ਸੁਧਾਰ ਕੀਤੇ ਗਏ ਹੁਣ ਜਾਂ ਕੀ ਕੀਤਾ ਹੈ ਇਹਦੇ ਬਾਰੇ ਜਾਣਕਾਰੀ ਨਹੀਂ ਆ, ਪਰ ਖਬਰਾਂ ਇਹ ਆ ਰਹੀਆਂ ਨੇ ਕਿ ਫਾਈਜ਼ਰ ਤੋਂ ਬਾਅਦ ਮਰਕ ਦੀ ਪਿਲ ਵੀ ਅਪਰੂਵ ਹੋ ਸਕਦੀ ਹੈ। ਜੀ ਮਨਦੀਪ ਜੀ, ਇਸ ਤੋਂ ਬਾਅਦ ਜਗਮੀਤ ਸਿੰਘ ਹੋਰਾਂ ਨਾਲ ਜੁੜੀ ਹੋਈ ਖਬਰ ਸਾਹਮਣੇ ਆ ਰਹੀ ਹੈ। ਜਗਮੀਤ ਸਿੰਘ ਵੱਲੋਂ ਇੱਕ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਗਿਆ ਜਿਸ ਵਿੱਚ ਉਹਨਾਂ ਨੇ ਪਾਰਲੀਮੈਂਟ ਸੰਬੰਧੀ ਮੰਗ ਕੀਤੀ ਹੈ। ਕੀ ਉਹਨਾਂ ਵੱਲੋਂ ਪੱਤਰ ਦੇ ਵਿੱਚ ਜ਼ਿਕਰ ਕੀਤਾ ਗਿਆ? ਬਿਲਕੁਲ ਜੀ, ਜਿਵੇਂ ਜਿਹੜੀ ਆਪਾਂ ਇਸ ਤੋਂ ਪਹਿਲੀ ਖਬਰ ਕਰਕੇ ਹਟੇ ਆ, ਥੋੜੀ ਜਿਹੀ ਉਹਦੇ ਨਾਲ ਹੀ ਮੇਲ ਖਾਂਦੀ ਆ, ਕਿਉਂਕਿ ਜਗਮੀਤ ਸਿੰਘ ਹੁਣਾਂ ਨੇ ਅਪੀਲ ਇਹ ਕੀਤੀ ਹੈ, ਚਿੱਠੀ ਲਿਖੀ ਹੈ ਇੱਕ ਜਸਟਿਨ ਟਰੂਡੋ ਨੂੰ, ਔਰ ਚਿੱਠੀ ਵਿੱਚ ਉਹ ਲਿਖਦੇ ਨੇ ਕਿ ਜਿਹੜੀ ਪਾਰਲੀਮੈਂਟ ਹੈ ਉਹ ਦੁਬਾਰਾ ਬੁਲਾਈ ਜਾਵੇ, ਕਿਉਂਕਿ ਇਸ ਵਕਤ ਓਮਿਕਰੋਨ ਜਿਹੜਾ ਵਾ ਉਹ ਕਾਫੀ ਤੇਜ਼ੀ ਨਾਲ ਫੈਲ ਰਿਹਾ, ਜਿਹਦੇ ਕਰਕੇ ਦੁਬਾਰਾ ਕਈ ਥਾਵਾਂ ਤੇ ਲੋਕਡਾਊਨ ਦੀ ਨੌਬਤ ਆ ਗਈ ਆ। ਕੁਝ ਲੋਕਾਂ ਦੀਆਂ ਨੌਕਰੀਆਂ ਵੀ ਚਲ ਗਈਆਂ ਨੇ, ਕਿਉਂਕਿ ਜਿਸ ਤਰੀਕੇ ਨਾਲ ਆਪਾਂ ਜ਼ਿਕਰ ਸਾਰਾ ਕਰਕੇ ਹਟੇ ਆ। ਸੋ ਇਸ ਵਕਤ ਜਗਮੀਤ ਸਿੰਘ ਹੁਣੀ ਕਹਿ ਰਹੇ ਆ ਇਸ ਚਿੱਠੀ ਦੇ ਵਿੱਚ, ਕਹਿੰਦੇ ਵੀ ਇਸ ਵਕਤ ਸਭ ਤੋਂ ਵੱਧ ਸਰਕਾਰ ਦੀ ਲੋੜ ਹੈ ਲੋਕਾਂ ਨੂੰ, ਤਾਂ ਕਿ ਸਰਕਾਰ ਕੁਝ ਵੱਡੇ ਕਦਮ ਚੁੱਕੇ, ਲੋਕਾਂ ਨੂੰ ਰਾਹਤ ਦੇਵੇ, ਔਰ ਇਸ ਲਈ ਉਹ ਕਹਿੰਦੇ ਵੀ ਚਾਹੇ ਵਰਚੁਅਲੀ ਆ ਪਰ ਪਾਰਲੀਮੈਂਟ ਕਹਿੰਦੇ ਉਹ ਰੀਕਾਲ ਕੀਤੀ ਜਾਵੇ ਤੇ ਉਹਦੇ ਵਿੱਚ ਵੱਡੇ ਫੈਸਲੇ ਜਿਹੜੇ ਉਹ ਕੀਤੇ ਜਾਣ। ਔਰ ਇੱਥੇ ਜਿਹੜੀ ਅਸੀਂ ਪਹਿਲਾਂ ਦੱਸ ਦਈਏ ਕਿ 2000 ਵਾਲੀ ਮੰਗ ਇਸ ਵਕਤ ਕੀਤੀ ਜਾ ਰਹੀ ਆ, ਲਗਭਗ NDP ਵੀ ਉਹੀ ਮੰਗ ਕਰ ਰਹੀ ਹੈ ਕਿ ਉਸੇ ਤਰ੍ਹਾਂ ਦੀ ਕੋਈ ਸਕੀਮ ਜਿਹੜੀ ਉਹ ਲਾਗੂ ਕੀਤੀ ਜਾਵੇ। ਜਗਮੀਤ ਸਿੰਘ ਹੋਣਾ ਨੇ ਚੋਣਾਂ ਦੌਰਾਨ ਵੀ ਇਹ ਮੁੱਦਾ ਚੱਕਿਆ ਸੀ, ਉਹ ਕਹਿੰਦੇ ਸੀ ਕਿ ਜਿਹੜੀ ਟਰੂਡੋ ਸਰਕਾਰ ਹੈ ਉਹ $1000 ਹੀ ਜਿਹੜਾ ਪ੍ਰਤੀ ਮਹੀਨਾ ਉਦੋਂ ਦੇਣਾ ਚਾਹੁੰਦੀ ਸੀ, ਪਰ ਉਹ ਕਹਿੰਦੇ ਅਸੀਂ ਉੱਤੇ ਪ੍ਰੈਸ਼ਰ ਪਾਇਆ, ਜਿਵੇਂ ਜਗਮੀਤ ਸਿੰਘ ਦਾਅਵਾ ਕਰਦੇ ਆ ਕਿ ਅਸੀਂ ਇਹਦਾ ਪ੍ਰੈਸ਼ਰ ਪਾਇਆ, ਉਸ ਤੋਂ ਬਾਅਦ ਜਿਹੜਾ ਵਾ ਫਿਰ $2000 ਦਾ ਜਿਹੜੀ ਉਹ ਰਕਮ ਵੱਜੀ ਗਈ ਸੀ। ਸੋ ਇੱਕ ਵਾਰੀ ਫਿਰ ਜਗਮੀਤ ਸਿੰਘ ਜਿਹੜੇ ਆ ਉਹ ਇਹ ਦਾਅਵਾ ਕਰ ਰਹੇ ਆ ਕਿ ਅਸੀਂ ਲੋਕਾਂ ਲਈ ਕੰਮ ਕਰ ਰਹੇ ਆ ਔਰ ਸਰਕਾਰ ਤੇ ਦਬਾਅ ਬਣਾ ਰਹੇ ਆ, ਔਰ ਅਪੀਲ ਉਹਨਾਂ ਨੇ ਕੀਤੀ ਹੈ ਚਿੱਠੀ ਲਿਖ ਕੇ ਜਸਟਿਨ ਟਰੂਡੋ ਨੂੰ ਕਿ ਦੁਬਾਰਾ ਵਰਚੁਅਲੀ ਪਾਰਲੀਮੈਂਟ ਕਾਲ ਕੀਤੀ ਜਾਵੇ ਤੇ ਲੋਕਾਂ ਦੇ ਹੱਕ 'ਚ ਵੱਡੇ ਫੈਸਲੇ ਲੈ ਕੇ ਉਹਨਾਂ ਨੂੰ ਰਾਹਤ ਜਿਹੜੀ ਆ ਉਹ ਦਿੱਤੀ ਜਾਵੇ। ਜੀ ਬਿਲਕੁਲ ਮਨਦੀਪ ਜੀ, ਇਸ ਤੋਂ ਬਾਅਦ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਜਿਸ ਤਰ੍ਹਾਂ ਅਸੀਂ ਰੋਜ਼ ਦੇਖ ਰਹੇ ਹਾਂ, ਰਿਪੋਰਟਸ ਸਾਹਮਣੇ ਆ ਰਹੀਆਂ ਨੇ, ਜੋ ਡਾਟਾ ਸਾਹਮਣੇ ਆ ਰਿਹਾ ਕਿ ਲਗਾਤਾਰ ਓਨਟਾਰੀਓ ਵਿੱਚ ਵੀ ਕਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਨੇ ਤੇ ਕਿਊਬੈਕ ਦੇ ਵਿੱਚ ਤਾਂ ਅੱਜ ਰਿਕਾਰਡ ਤੋੜ ਕੇਸਿਸ ਦਰਜ ਕੀਤੇ ਗਏ। ਇੱਥੇ ਜਿਹੜੀ ਸਥਿਤੀ ਬਣੀ ਹੋਈ ਹੈ, ਸਖਤੀਆਂ ਵੀ ਕੀਤੀਆਂ ਜਾ ਰਹੀਆਂ ਨੇ, ਪਰ ਉਸ ਤੋਂ ਬਾਅਦ ਵੀ ਹੁਣ ਲਗਾਤਾਰ ਕੇਸਿਸ ਦਾ ਵਧਣਾ, ਕੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੀ ਹੋ ਸਕਦਾ ਹੈ? ਬਿਲਕੁਲ ਜੀ, ਲਗਾਤਾਰ ਜਿਹੜਾ ਵਾ ਇਸ ਵਕਤ ਅੰਟਾਰੀਓ ਤੇ ਕਿਊਬੈਕ ਲਾਕਡਾਊਨ ਵੱਲ ਵੱਧ ਰਿਹਾ ਵਾ। ਹਾਲਾਂਕਿ ਸਖਤ ਫੈਸਲੇ ਉੱਥੇ ਲਏ ਨੇ, ਪਰ ਇਹਦੇ ਬਾਵਜੂਦ ਵੀ ਜਿਸ ਤਰੀਕੇ ਨਾਲ ਅਸੀਂ ਅੱਜ ਦੇਖ ਰਹੇ ਹਾਂ
ਕਿ 6300 ਤੋਂ ਵੱਧ ਜੇਕਰ ਅਸੀਂ ਦੇਖੀਏ ਮਾਮਲੇ ਅੱਜ ਆਏ ਨੇ ਕਿਊਬਕ ਦੇ ਵਿੱਚ, ਔਰ ਲਗਾਤਾਰ ਜਿਹੜੇ ਆ 5000 ਦੇ ਆਸ-ਪਾਸ 4000 ਤੋਂ ਵੱਧ ਜਿਹੜੇ ਮਾਮਲੇ ਆ ਉਹ ਅੰਟਾਰੀਓ ਤੋਂ ਸਾਹਮਣੇ ਆ ਰਹੇ ਨੇ, ਜੋ ਜਿਨ੍ਹਾਂ 'ਚ ਇੱਕਦਮ ਵਾਧਾ ਹੋਇਆ। ਤੇ ਕੱਲ ਅਸੀਂ ਵੀ ਖਬਰ ਸਾਂਝੀ ਕੀਤੀ ਸੀ, ਇੱਕ ਡਾਟਾ ਆਇਆ ਸੀ ਜਿਸ 'ਚ ਇਹ ਦੱਸਿਆ ਗਿਆ ਸੀ ਕਿ ਲਗਭਗ ਓਮੀਕਰੋਨ ਨੇ ਜਿਹੜਾ ਵਾ ਉਹ ਇਸ ਵਕਤ ਡੋਮੀਨੇਟ ਕਰਨਾ ਸ਼ੁਰੂ ਕਰ ਦਿੱਤਾ ਆ, ਤੇ ਕਿਊਬਕ ਦੇ ਵਿੱਚ 80% ਜਿਹੜੇ ਨਵੇਂ ਮਾਮਲੇ ਆ ਰਹੇ ਨੇ ਉਹ ਓਮੀਕਰੋਨ ਨਾਲ ਸੰਬੰਧਿਤ ਨੇ। ਅਮਰੀਕਾ ਦੇ ਵਿੱਚ ਇਹ ਡਾਟਾ 73% ਸੀ ਕੁਝ ਦਿਨ ਪਹਿਲਾਂ। ਹੁਣ ਸ਼ਾਇਦ ਜਿਹੜਾ ਡਾਟਾ ਨਵਾਂ ਆਵੇਗਾ ਉਹ 'ਚ ਇਹ ਵੀ 80 ਦੇ ਆਸ-ਪਾਸ ਹੋ ਸਕਦਾ ਆ। ਪਰ ਇਸ ਵਕਤ ਜਿਸ ਤਰੀਕੇ ਨਾਲ ਕਿਊਬਕ ਦੇ ਵਿੱਚ ਮਾਮਲੇ ਵੱਧ ਰਹੇ ਨੇ, ਸੋ ਲੱਗਦਾ ਹੈ ਕਿ ਸਖਤੀਆਂ ਹੋਰ ਵੀ ਕੀਤੀਆਂ ਜਾ ਸਕਦੀਆਂ ਨੇ, ਕਿਉਂਕਿ ਜਿਹੜੇ ਸਿਹਤ ਮਾਹਰ ਆ ਉਹਨਾਂ ਦਾ ਇਹ ਮੰਨਣਾ ਆ ਕਿ ਜੇ ਮਾਮਲੇ ਵਧਣਗੇ ਤਾਂ ਜਿਹੜਾ ਵਾ ਉਹਦੇ ਨਾਲ ਹਸਪਤਾਲ ਵਿੱਚ ਲੋਕਾਂ ਦੀ ਗਿਣਤੀ ਵਧੇਗੀ, ਔਰ ਜਿਸ ਨਾਲ ਇੱਕ ਕ੍ਰਾਈਸਿਸ ਜਿਹੜਾ ਹੈਲਥ ਕ੍ਰਾਈਸਿਸ ਪੈਦਾ ਹੋ ਸਕਦਾ ਆ। ਤਾਂ ਕਿ ਜੇਕਰ ਗਿਣਤੀ ਜ਼ਿਆਦਾ ਵੱਧ ਗਈ, ਪਹਿਲਾਂ ਅਸੀਂ ਇੱਕ ਸਮੇਂ ਤੇ ਦੇਖਿਆ ਸੀ ਜਦੋਂ ਇੱਥੋਂ ਤੱਕ ਨੌਬਤ ਆ ਗਈ ਸੀਗੀ, ਇਹ ਇੱਥੋਂ ਤੱਕ ਨੌਬਤ ਜਾਣ ਦੀ ਗੱਲ ਆ ਗਈ ਸੀ ਵੀ ਜੇਕਰ ਹੋਰ ਕੁਝ ਜ਼ਿਆਦਾ ਕੇਸ ਆ ਜਾਂਦੇ ਤਾਂ ਸ਼ਾਇਦ ਕੁਝ ਲੋਕਾਂ ਨੂੰ ਜਿਹੜਾ ਉਹ ਪੂਰੀਆਂ ਸਿਹਤ ਸੇਵਾਵਾਂ ਨਾ ਮਿਲਦੀਆਂ। ਵੈਂਟੀਲੇਟਰ ਉੱਤੇ ਜਿਹੜੇ ਲੋਕ ਸੀਗੇ ਉਹ ਕਿਹਾ ਜਾ ਰਿਹਾ ਸੀ ਕਿ ਜਿਹੜੇ ਲੋਕ ਬਹੁਤੇ ਬਜ਼ੁਰਗ ਆ ਉਹਨਾਂ ਨੂੰ ਹੁਣ ਜਿਹੜਾ ਨਾ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਜਦਕਿ ਜਿਹੜੇ ਨੌਜਵਾਨ ਨੇ ਘੱਟ ਉਮਰ ਦੇ ਨੇ ਉਹਨਾਂ ਨੂੰ ਇਹ ਸਾਰੀਆਂ ਦਿੱਤੀਆਂ ਜਾਣ। ਹਾਲਾਂਕਿ ਕੈਨੇਡਾ 'ਚ ਇੱਥੋਂ ਤੱਕ ਨੌਬਤ ਨਹੀਂ ਪਹੁੰਚੀ ਸੀ, ਚਰਚਾ ਜ਼ਰੂਰ ਸੀ। ਯੂਰਪ ਦੇ ਕੁਝ ਮੁਲਕਾਂ ਦੇ ਵਿੱਚ ਇਸ ਤਰੀਕੇ ਦੀ ਚਰਚਾ ਜਿਹੜੀ ਜ਼ਰੂਰ ਹੋਈ ਸੀ, ਉੱਥੇ ਨੌਬਤ ਇਹ ਆ ਵੀ ਗਈ ਸੀ, ਇਸ ਤਰੀਕੇ ਨਾਲ ਕੀਤਾ ਵੀ ਗਿਆ। ਪਰ ਇੱਕ ਵਾਰੀ ਫਿਰ ਸਿਹਤ ਮਾਹਰ ਜਿਹੜੇ ਆ ਉਹ ਕਹਿ ਰਹੇ ਆ ਕਿ ਕ੍ਰਾਈਸਿਸ ਪੈਦਾ ਹੋ ਸਕਦਾ ਆ। ਖੈਰ ਉੱਥੇ ਲਗਾਤਾਰ ਜਿਹੜੀਆਂ ਉਹ ਸਖਤੀਆਂ ਕੀਤੀਆਂ ਜਾ ਰਹੀਆਂ ਨੇ, ਔਰ ਬੂਸਟਰ ਸ਼ਾਟ ਜਿਹੜਾ ਲਗਾਤਾਰ ਤੇਜ਼ੀ ਨਾਲ ਲਾਇਆ ਜਾ ਰਿਹਾ, ਔਰ ਉਮੀਦ ਹੈ ਕਿ ਆਉਣ ਵਾਲੇ ਕੁਝ ਸਮੇਂ ਵਿੱਚ, ਕੁਝ ਦਿਨਾਂ ਵਿੱਚ ਹਾਲਾਤ ਜਿਹੜੇ ਆ ਉਹ ਕਾਬੂ ਕਰ ਲਏ ਜਾਣਗੇ। ਜੀ ਮਨਦੀਪ ਜੀ, ਜਿਹੜਾ ਸਾਲ ਹੈ ਖਤਮ ਹੋਣ ਦੇ ਵਿੱਚ ਕੁਝ ਗਿਣਤੀ ਦੇ ਦਿਨ ਰਹਿ ਗਏ ਨੇ, ਅਸੀਂ ਗਿਣ ਕੇ ਦੱਸ ਸਕਦੇ ਹਾਂ ਕਿ ਕਿੰਨੇ ਦਿਨ ਰਹਿ ਗਏ, ਪਰ ਹੁਣ ਬਹੁਤ ਸਾਰੀਆਂ ਚੀਜ਼ਾਂ ਇਸ ਸਾਲ ਦੌਰਾਨ ਹੋਈਆਂ ਨੇ। ਤੇ ਸਿਆਸਤ ਦੀ ਜੇਕਰ ਗੱਲ ਕਰੀਏ ਤਾਂ ਕੈਨੇਡਾ ਵਿੱਚ ਇਹ ਵਰ੍ਹਾ ਸਿਆਸਤ ਵਾਸਤੇ ਕਿਸ ਤਰ੍ਹਾਂ ਦਾ ਰਿਹਾ? ਬਿਲਕੁਲ ਜੀ, ਲਗਭਗ ਇਹ ਸਾਲ ਨਿਕਲ ਚੁੱਕਾ ਆ, ਤੇ ਹੁਣ ਇਹ ਸੁਭਾਵਿਕ ਹੈ ਕਿ ਜਦੋਂ ਅਸੀਂ ਸਾਲ ਦੇ ਅੰਤ ਤੇ ਪਹੁੰਚਦੇ ਆ ਤਾਂ ਜ਼ਰੂਰ ਪਿੱਛੇ ਇੱਕ ਵਾਰ ਨਜ਼ਰ ਮਾਰ ਕੇ ਦੇਖਦੇ ਹਾਂ ਕਿ ਇਸ ਸਾਲ ਦੇ ਵਿੱਚ ਕੀ ਕੀ ਖਾਸ ਰਿਹਾ। ਔਰ ਜੇਕਰ ਅਸੀਂ ਰਾਜਨੀਤੀ ਦੇ ਵਿੱਚ ਦੇਖੀਏ ਤਾਂ ਇਸ ਸਾਲ ਇਲੈਕਸ਼ਨ ਹੋਏ, ਬਹੁਤ ਉਤਾਰ ਚੜਾਅ ਹੋਇਆ। ਜਿਹੜੇ ਸਰਵੇ ਪਹਿਲਾਂ ਆ ਰਿਹਾ ਸੀ ਕੁਝ ਹੋਰ ਸੀ, ਜਦੋਂ ਨਤੀਜੇ ਆਏ ਕੁਝ ਹੋਰ ਹੋ ਗਏ। ਜਸਟਿਨ ਟਰੂਡੋ ਲਈ ਇੱਕ ਬੜਾ ਅਹਿਮ ਸਾਲ ਰਿਹਾ, ਪੂਰੇ ਕੈਨੇਡੀਅਨਸ ਲੋਕਾਂ ਲਈ ਬੜਾ ਅਹਿਮ ਸਾਲ ਰਿਹਾ। ਬਹੁਤ ਸਾਰੇ ਸੂਬਿਆਂ ਵਿੱਚ ਇਲੈਕਸ਼ਨ ਹੋਈਆਂ ਤੇ ਉੱਥੇ ਜਿਹੜੀਆਂ ਸਰਕਾਰਾਂ ਰਿਪੀਟ ਹੋਈਆਂ, ਜਿੱਥੇ ਘੱਟ ਗਿਣਤੀ ਸਰਕਾਰਾਂ ਸੀਗੀਆਂ ਉੱਥੇ ਜਿਹੜੀਆਂ ਸੀ ਵੱਡੀ ਮੈਜੋਰਟੀ ਨਾਲ ਸਰਕਾਰਾਂ ਬਣੀਆਂ। ਚਾਹੇ ਇੱਥੇ ਜਿਹੜੀ ਆ ਹੋਰ ਸੂਬਿਆਂ ਦੀ ਗੱਲ ਕਰ ਲਈਏ, ਕੋਵਿਡ ਦੌਰਾਨ ਜਿਸ ਚੋਣਾਂ ਹੋਈਆਂ ਸੀਗੀਆਂ, ਪਰ ਇਹੀ ਅੰਦਾਜ਼ ਜਸਟਿਨ ਟਰੂਡੋ ਨੇ ਵੀ ਖੇਡਿਆ ਸੀਗਾ, ਪਰ ਉਹਨਾਂ ਨੂੰ ਕੋਈ ਬਹੁਤੀ ਸਫਲਤਾ ਜਿਹੜੀ ਆ ਉਹ ਨਹੀਂ ਮਿਲੀ। ਪਰ ਇੱਥੇ ਇੱਕ ਮੰਨਣਾ ਇਹ ਵੀ ਹੈ ਕੁਝ ਮਾਹਰਾਂ ਦਾ ਕਿ ਬੇਸ਼ੱਕ ਉਹ ਮੈਜੋਰਟੀ ਲੈਣ ਵਿੱਚ ਜਿਹੜੇ ਕਾਮਯਾਬ ਨਹੀਂ ਹੋਏ। ਹਾਲਾਂਕਿ ਪਹਿਲਾਂ ਨਾਲੋਂ ਉਹਨਾਂ ਦੀਆਂ ਜਿਹੜੀਆਂ ਸੀ ਕੁਝ ਸੀਟਾਂ ਵੱਧ ਗਈਆਂ, 157 ਪਹਿਲਾਂ ਸੀ, ਹੁਣ 160 ਹੋ ਗਈਆਂ, ਪਰ ਹਾਲੇ ਵੀ 12 ਸੀਟਾਂ ਜਿਹੜੀਆਂ ਉਹ 10 ਸੀਟਾਂ ਜਿਹੜੀਆਂ ਪਿੱਛੇ ਰਹਿ ਗਏ। ਪਰ ਇੰਨਾ ਜ਼ਰੂਰ ਮੰਨਿਆ ਜਾ ਰਿਹਾ ਕਿ ਆਉਣ ਵਾਲੇ 2-3 ਸਾਲਾਂ ਲਈ ਘੱਟੋ ਘੱਟ ਉਹਨਾਂ ਨੇ ਜਿਹੜੀ ਆਪਣੀ ਪ੍ਰਧਾਨ ਮੰਤਰੀ ਦੀ ਕੁਰਸੀ ਆ ਉਹ ਸੇਫ ਕਰ ਲਈ ਆ, ਕਿਉਂਕਿ ਲਗਭਗ 2 ਸਾਲ ਚੋਣਾਂ ਨੂੰ ਹੋ ਚੁੱਕੇ ਸੀਗੇ। ਔਰ ਆਉਣ ਵਾਲੇ ਸਮੇਂ ਵਿੱਚ ਕਦੇ ਵੀ ਹਾਲਾਤ ਥੋੜੇ ਠੀਕ ਹੁੰਦੇ, ਕੋਈ ਵਿਰੋਧੀ ਧਿਰਾਂ ਨੂੰ ਮੌਕਾ ਮਿਲਦਾ ਤਾਂ ਜ਼ਰੂਰ ਉਹ ਜਸਟਿਨ ਟਰੂਡੋ ਦੀ ਸਰਕਾਰ ਜਿਹੜੀ ਆ ਉਹ ਸੁੱਟ ਸਕਦੇ ਸੀਗੇ, ਤੇ ਉਸ ਤੋਂ ਬਾਅਦ ਚੋਣਾਂ ਹੋ ਸਕਦੀਆਂ ਸੀ। ਉੱਥੇ ਫਿਰ ਡਿਪੈਂਡ ਕਰਦਾ ਸੀ ਕਿ ਕਿਸ ਤਰੀਕੇ ਨਾਲ ਉਹ ਚੋਣਾਂ ਹੁੰਦੀਆਂ, ਜਿੱਤਦੇ ਹਾਰਦੇ। ਪਰ ਹੁਣ ਜੇ ਚਾਹੇ ਘੱਟ ਗਿਣਤੀ ਸਰਕਾਰ ਵੀ ਬਣੀ ਆ, ਸਾਰੀਆਂ ਪਾਰਟੀਆਂ ਇਸ ਵੇਲੇ ਜ਼ੋਰ ਲਾ ਹਟੀਆਂ ਨੇ, ਇੱਕ ਵਾਰੀ ਜ਼ੋਰ ਲੱਗ ਹਟਿਆ। ਤੇ ਇੱਕ ਇਹ ਵੀ ਆ ਕਿ ਇਲੈਕਸ਼ਨ ਤੇ ਖਰਚਾ ਵੀ ਬਹੁਤ ਹੁੰਦਾ ਆ, ਸਾਰੀਆਂ ਪਾਰਟੀਆਂ ਇਸ ਤੋਂ ਵੀ ਕੰਨੀ ਕਤਰਾਉਣਗੀਆਂ ਕਿ ਸਾਡੇ ਸਿਰ ਇਹ ਇਲਜ਼ਾਮ ਨਾ ਆਵੇ ਕਿ ਹਲੇ ਹੁਣ ਤਾਂ ਇਲੈਕਸ਼ਨ ਹੋ ਕੇ ਹਟੇ ਨੇ ਤੇ ਇੱਕ ਵਾਰੀ ਫੇਰ ਇਸ ਪਾਰਟੀ ਕਰਕੇ ਇਲੈਕਸ਼ਨ ਆ ਗਏ ਨੇ। ਸੋ ਘੱਟੋ ਘੱਟ ਸਾਰੀਆਂ ਪਾਰਟੀਆਂ ਚਾਹੁੰਣਗੀਆਂ ਕਿ ਹੁਣ 2 ਸਾਲ ਦਾ ਘੱਟੋ ਘੱਟ ਜ਼ਰੂਰ ਹੋਰ ਨਿਕਲ ਜਾਣ। ਸੋ ਅਗਲੇ 2 ਸਾਲ ਜਿਹੜੇ ਉਹ ਜਸਟਿਨ ਟਰੂਡੋ ਨੂੰ ਜ਼ਰੂਰ ਮਿਲ ਗਏ ਆ। ਸੋ ਇਸ ਤਰੀਕੇ ਨਾਲ ਚੋਣਾਂ ਹੋਈਆਂ, ਪ੍ਰਚਾਰ ਹੋਇਆ, ਪਹਿਲੀ ਵਾਰ ਇਸ ਤਰੀਕੇ ਦਾ ਪ੍ਰਚਾਰ ਹੋਇਆ। ਕੋਵਿਡ ਦੇ ਦੌਰਾਨ ਛੋਟੀਆਂ ਰੈਲੀਆਂ ਹੋਈਆਂ, ਪਰ ਫਿਰ ਵੀ ਜਿਹੜਾ ਸੀ ਉਹ ਜਸਟਿਨ ਟਰੂਡੋ ਜਿਹੜੇ ਸੀ ਸਰਕਾਰ ਬਣਨ 'ਚ ਕਾਮਯਾਬ ਰਹੇ। ਪਰ ਇਸ ਦੌਰਾਨ ਉਹਨਾਂ ਨੂੰ ਵਿਰੋਧ ਦਾ ਜਿਹੜਾ ਉਹ ਬਹੁਤ ਜ਼ਿਆਦਾ ਸਾਹਮਣਾ ਕਰਨਾ ਪਿਆ। ਖਾਸ ਕਰਕੇ ਜਿਹੜੇ ਲੋਕ ਵੈਕਸੀਨ ਦਾ ਵਿਰੋਧ ਕਰਦੇ ਸੀ ਉਹਨਾਂ ਨੇ ਕਈ ਵਾਰ ਜਸਟਿਨ ਟਰੂਡੋ ਨੂੰ ਅਪਸ਼ਬਦ ਵੀ ਬੋਲੇ। ਉਹਨਾਂ ਤੇ ਇੱਕ ਥਾਂ ਤਾਂ ਬੱਜਰੀ ਵੀ ਸਿੱਟੀ ਗਈ ਲੰਡਨ ਦੇ ਵਿੱਚ, ਅੰਟਾਰੀਓ 'ਚ ਉਹਨਾਂ ਦੀ ਰੈਲੀ ਦੌਰਾਨ, ਔਰ ਵੱਖ-ਵੱਖ ਰੈਲੀਆਂ 'ਚ ਜਾ ਕੇ ਉਹਨਾਂ ਦਾ ਵਿਰੋਧ ਕੀਤਾ। ਸੋ ਬਹੁਤ ਇੱਕ ਦਿਲਚਸਪ ਵਰ੍ਹਾ ਰਿਹਾ ਇਹ ਸਿਆਸਤ ਦੇ ਪੱਖੋਂ। ਪਰ ਚੰਗੀ ਗੱਲ ਇਹ ਆ ਕਿ ਇਸ ਵਰ੍ਹੇ ਵਿੱਚ ਵੀ ਜਸਟਿਨ ਟਰੂਡੋ ਜਿਹੜੇ ਆ ਉਹਨਾਂ ਲਈ ਇਹ ਚੰਗੀ ਗੱਲ ਆ
ਕਿ ਉਹ ਪ੍ਰਧਾਨ ਮੰਤਰੀ ਬਣੇ ਹੋਏ ਨੇ। ਜੀ ਬਿਲਕੁਲ। ਤੇ ਮਨਦੀਪ ਜੀ, ਜਗਮੀਤ ਸਿੰਘ ਵਾਸਤੇ ਕਿਸ ਤਰ੍ਹਾਂ ਦਾ ਸਾਲ ਰਿਹਾ ਉਹਨਾਂ ਦੇ, ਜੇਕਰ ਅਸੀਂ ਸਿਆਸੀ ਸਫ਼ਰ ਦੀ ਗੱਲ ਕਰੀਏ ਤਾਂ ਇਸ ਸਾਲ ਦੇ ਵਿੱਚ ਉਹਨਾਂ ਦੇ ਨਾਲ ਕੀ ਕੁਝ ਹੋਇਆ ਹੈ? ਬਿਲਕੁਲ ਜੀ, ਜਗਮੀਤ ਸਿੰਘ ਹੋਣਾ ਲਈ ਵੀ ਬਹੁਤ ਅਹਿਮ ਸਾਲ ਸੀਗਾ, ਕਿਉਂਕਿ ਸਵਾਲ ਇਸੇ ਚੋਣਾਂ ਵਿੱਚ ਇਹ ਵੀ ਸੀਗਾ ਕਿ ਜੇਕਰ ਐਨਡੀਪੀ ਕੋਈ ਬਹੁਤਾ ਵਧੀਆ ਪ੍ਰਦਰਸ਼ਨ ਨਾ ਕਰ ਸਕੀ ਤਾਂ ਇਹ ਵੀ ਹੋ ਸਕਦਾ ਹੈ ਕਿ ਜਗਮੀਤ ਸਿੰਘ ਨੂੰ ਆਪਣੀ ਲੀਡਰਸ਼ਿਪ ਜਿਹੜੀ ਆ ਗਵਾਉਣੀ ਪਵੇ। ਪਰ ਜਿਹੜਾ ਐਨਡੀਪੀ ਦਾ ਪ੍ਰਦਰਸ਼ਨ ਸੀ ਉਹ ਲਗਭਗ ਪਿਛਲੀਆਂ ਚੋਣਾਂ ਵਰਗਾ ਸੀ। ਇੱਕ ਸੀਟ ਉਹਨਾਂ ਦੀ ਵੀ ਵਧੀ ਆ, 24 ਸੀਟਾਂ ਸੀ, ਉਹਨਾਂ ਦੀਆਂ 25 ਸੀਟਾਂ ਹੋ ਗਈਆਂ। ਸੋ ਲਗਭਗ ਉੱਥੇ ਹੀ ਜਗਮੀਤ ਸਿੰਘ ਇਸ ਵਕਤ ਖੜੇ ਨੇ। ਪਰ ਇੱਕ ਗੱਲ ਇਹ ਵੀ ਆ ਕਿ ਇਸ ਵਕਤ ਜਗਮੀਤ ਸਿੰਘ ਜਿਹੜੀਆਂ ਚੋਣਾਂ ਪਹਿਲਾਂ ਹੋਈਆਂ ਸੀਗੀਆਂ ਉਸੇ ਤਰੀਕੇ ਨਾਲ ਇਹਨਾਂ ਚੋਣਾਂ ਦੇ ਵਿੱਚ ਵੀ ਜਿਹੜੇ ਉਹ ਇੱਕ ਕਿੰਗ ਮੇਕਰ ਦੀ ਜਿਹੜੀ ਇੱਕ ਅਹਿਮ ਭੂਮਿਕਾ ਹੈ, ਕਿਉਂਕਿ ਘੱਟ ਗਿਣਤੀ ਸਰਕਾਰ ਆ। ਔਰ ਇਸ ਵਕਤ ਜਗਮੀਤ ਸਿੰਘ ਟਰੂਡੋ ਨੂੰ ਬਹੁਤ ਸੂਟ ਕਰਦੇ ਨੇ, ਕਿਉਂਕਿ ਜਿੰਨੀ ਇੱਕ ਮੈਜੋਰਟੀ ਲਈ ਕੋਈ ਪਾਰਲੀਮੈਂਟ ਦੇ ਵਿੱਚ ਬਿੱਲ ਪਾਸ ਕਰਾਉਣ ਲਈ ਜਾਂ ਸਰਕਾਰ ਚਲਾਉਣ ਲਈ ਜਿੰਨਾ ਕਿ ਇਸ ਵਕਤ ਜੋ ਸਪੋਰਟ ਚਾਹੀਦੀ ਆ ਉਹ ਜਗਮੀਤ ਸਿੰਘ ਦੇ ਸਕਦੇ ਨੇ। ਤੇ ਜਗਮੀਤ ਸਿੰਘ ਉਹਨਾਂ ਦੀਆਂ ਜੇਕਰ ਮੰਗਾਂ ਮੰਨ ਕੇ ਅੱਗੇ ਚੱਲਦੇ ਨੇ ਤਾਂ ਸਰਕਾਰ ਕਾਫੀ ਸਮਾਂ ਕੱਢ ਵੀ ਸਕਦੀ ਆ। ਹਾਲਾਂਕਿ ਜਗਮੀਤ ਸਿੰਘ ਪਿਛਲੀ ਵਾਰ ਵੀ ਛੱਡ ਕੇ ਨਹੀਂ ਭੱਜੇ। ਜਦੋਂ ਵੀ ਕੋਸ਼ਿਸ਼ ਕੀਤੀ ਸਰਕਾਰ ਵੱਲੋਂ ਕਿ ਕਿਸੇ ਤਰੀਕੇ ਅਸੀਂ ਇਲੈਕਸ਼ਨ ਕਰਵਾਈਏ ਤਾਂ ਜਗਮੀਤ ਸਿੰਘ ਉੱਥੇ ਅੜ ਜਾਂਦੇ ਸੀਗੇ ਕਿ ਅਸੀਂ ਇਲੈਕਸ਼ਨ ਨਹੀਂ ਹੋਣ ਦੇਣੀ। ਉਸ ਤੋਂ ਬਾਅਦ ਜਸਟਿਨ ਟਰੂਡੋ ਨੂੰ ਆਪਣੇ ਆਪ ਇਹ ਫੈਸਲਾ ਕਰਨਾ ਪਿਆ ਕਿ ਅਸੀਂ ਇਲੈਕਸ਼ਨ ਕਰਵਾਉਣੀ ਚਾਹੁੰਦੇ ਆ। ਉਸ ਤੋਂ ਬਾਅਦ ਫਿਰ ਇਲੈਕਸ਼ਨ ਹੋਈ, ਸਥਿਤੀ ਕੋਈ ਬਹੁਤੀ ਨਹੀਂ ਬਦਲੀ। ਜਿੱਥੇ ਬਾਕੀ ਪਾਰਟੀਆਂ ਲਗਭਗ ਉਸ ਥਾਵਾਂ ਤੇ ਖੜੀਆਂ ਸੀਗੀਆਂ, ਥੋੜਾ ਜਿਹਾ ਜਿਹੜਾ ਨੁਕਸਾਨ ਆ ਕੁਝ ਸੀਟਾਂ ਦਾ ਉਹ ਕੰਜ਼ਰਵੇਟਿਵ ਨੂੰ ਹੋਇਆ, ਜਿਨ੍ਹਾਂ ਦੀਆਂ ਕੁਝ ਸੀਟਾਂ ਘਟੀਆਂ। ਇਹਦੇ ਵਿੱਚ ਲਿਬਰਲ ਦੀਆਂ 3 ਸੀਟਾਂ ਵਧੀਆਂ, ਐਨਡੀਪੀ ਦੀ 1 ਵਧੀ ਤੇ ਬਲਾਕ ਕਿਊਬਕ ਜਿੱਥੇ ਸੀ ਉੱਥੇ ਹੀ ਸੀਗੀ। ਗ੍ਰੀਨ ਪਾਰਟੀ ਨੂੰ ਵੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਪਰ ਇੰਨਾ ਜ਼ਰੂਰ ਹੈ ਕਿ ਜਗਮੀਤ ਸਿੰਘ ਲਈ ਇਹ ਜਿਹੜਾ ਸਾਲ ਸੀ ਉਹ ਰਲਿਆ ਮਿਲਿਆ ਰਿਹਾ। ਇਲੈਕਸ਼ਨ ਦੇ ਵਿੱਚ ਜਿੰਨੀ ਐਕਟੀ ਉਹਨਾਂ ਨੂੰ ਉਮੀਦ ਸੀ ਉਨੀਆਂ ਸੀਟਾਂ ਉਹਨਾਂ ਦੀਆਂ ਨਹੀਂ ਆ ਸਕੀਆਂ। ਪਰ ਇੰਨਾ ਜ਼ਰੂਰ ਹੈ ਕਿ ਜਿੱਥੇ ਉਹ ਖੜੇ ਸੀ ਉੱਥੇ ਅੱਜ ਵੀ ਖੜੇ ਨੇ। ਇੱਕ ਕੀ ਪੋਜੀਸ਼ਨ ਉਹਨਾਂ ਦੇ ਕੋਲ ਆ, ਸਰਕਾਰ ਦੀ ਚਾਬੀ ਅਸੀਂ ਕਹਿ ਸਕਦੇ ਉਹਨਾਂ ਦੇ ਕੋਲ ਆ, ਤੇ ਇਸ ਵਕਤ ਉਹਨਾਂ ਦੀ ਲੀਡਰਸ਼ਿਪ ਵੀ ਜਿਹੜੀ ਉਹ ਕਾਇਮ ਆ। ਜੀ ਮਨਦੀਪ ਜੀ, ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ तमाम ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਨ ਵਾਸਤੇ। ਜੀ ਬਹੁਤ ਬਹੁਤ ਧੰਨਵਾਦ ਜੀ। ਇਸੇ ਤਰ੍ਹਾਂ ਪ੍ਰੋਗਰਾਮ ਦੇ ਰਾਹੀਂ ਤੁਹਾਡੇ ਰੋਜ਼ਾਨਾ ਰੂਬਰੂ ਹੁੰਦੇ ਰਵਾਂਗੇ, ਜਿੱਥੇ ਗੱਲਬਾਤ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਹੋਏਗੀ। ਫਿਲਹਾਲ ਸਾਨੂੰ ਦਿਓ ਇਜਾਜ਼ਤ, ਤੇ ਬਾਕੀ ਖਬਰਾਂ ਲਈ ਤੁਸੀਂ ਬਣੇ ਰਹੋ ਟੀਵੀ ਪੰਜਾਬ ਦੇ ਨਾਲ।